नवजोत सिंह सिद्धू के मामले दे विच अज मानयोग सुप्रीम कोर्ट दे विच सुनवाई होनी सी। नवजोत सिंह सिद्धू ते जिहड़ा परचा सीगा वो IPC दी धारा 307 तहत दर्ज कीता सी। गैर इरादतन कतल वो धारा लगी सी। 307 तां जिहड़ा इरादा कतल दी धारा, गैर इरादतन कतल दी धारा लगी सी। जे माड़ी मुट्टी व्यथा पाई हो जाए तो भारती दंडावली दी धारा 323 लग जाती है। लड़ाई झगड़ा, मामूली लड़ाई झगड़ा। मानयोग अदालत ने ਉਹਦੇ ਵਿੱਚ ਉਹ ਤਬਦੀਲ ਕਰਕੇ नवजोत सिंह सिद्धू ਨੂੰ 1000 रुपये ਦਾ ਜੁਰਮਾਨਾ ਲਾ ਕੇ ਉਹਨੂੰ ਬਰੀ ਕਰਤਾ ਸੀ। ਜਿਹੜਾ ਇਹ ਸਾਰਾ ਕੁਝ ਵਾਪਰਿਆ ਵਾ 1988 ਜਾਂ 1999 ਦਾ 30 ਸਾਲ ਤੋਂ ਵੱਧ ਸਮਾਂ ਇਹਨੂੰ ਅਦਾਲਤਾਂ ਦੇ ਵਿੱਚ ਤੁਰੇ ਫਿਰਦਿਆਂ ਨੂੰ ਹੋ ਗਿਆ, ਕਿਸੇ ਸਿਰੇ ਨਹੀਂ ਲੱਗਿਆ। ਇਹਦੇ ਵਿੱਚ ਮੁੜ ਵਿਚਾਰ ਕਰਨ ਦੀ ਪਟੀਸ਼ਨ, ਜਿਹਨੂੰ ਰਿਵਿਊ ਪਟੀਸ਼ਨ ਕਹਿੰਦੇ ਆ ਜੀ, ਵੀ ਸਾਨੂੰ ਪਹਿਲੇ ਫੈਸਲੇ ਤੇ ਸੰਤੁਸ਼ਟੀ ਨਹੀਂ, ਇਹਨੂੰ ਨਵੇਂ ਸਿਰੇ ਤੋਂ ਸੁਣਿਆ ਜਾਵੇ। ਉਹਦੇ ਉੱਤੇ ਇਹ ਸਮਾਂ ਬੜਾ ਉਹ ਚੁਣਿਆ ਗਿਆ ਜਦੋਂ ਚੋਣਾਂ ਸਿਰ ਤੇ ਨੇ। ਬਿਲਕੁਲ ਜੀ। ਪਰ ਕਈ ਵਾਰੀ ਅਦਾਲਤਾਂ ਉਹਨਾਂ ਚੀਜ਼ਾਂ ਨੂੰ ਸਮਝ ਜਾਂਦੀਆਂ ਨੇ ਕਿ ਇਹ ਚੋਣਾਂ ਕਰਕੇ ਉਠਾਇਆ ਜਾ ਰਿਹਾ ਹੈ ਸਿਆਸੀ ਪਾਰਟੀਆਂ ਵੱਲੋਂ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਵੀ ਵੱਡੀ ਰਾਹਤ ਮਿਲ ਗਈ ਹੈ। ਉਹਨਾਂ ਦੀ ਵੀ ਗ੍ਰਿਫਤਾਰੀ ਤੇ 1 ਹਫ਼ਤੇ ਲਈ ਰੋਕ ਜਿਹੜੀ ਕਿ ਲਗਾ ਦਿੱਤੀ ਗਈ ਹੈ। ਉਹਨਾਂ ਤੇ ਇਲਜ਼ਾਮ ਜਿਹੜਾ ਹੈਗਾ ਉਹ ਕਥਿਤ ਰੂਪ ਵਿੱਚ ਜਬਰ ਜਨਾਹ ਦਾ धारा लगी है 376। 10 फरवरी तो बाद हो सकता जिवें दूजिਆਂ ਨੂੰ राहत ਦਿੱਤੀ है विक्रम सिंह मजीठिया ਨੂੰ 23 फरवरी तक है जी, ਤੇ नवजोत सिंह सिद्धू वाले ਤਾਂ ਸੁਣਵਾਈ ਟਲੀ ਹੈ ਤੇ ਹੋ ਸਕਦਾ 10 फरवरी ਨੂੰ ਫੇਰ ਮਾਨਯੋਗ ਅਦਾਲਤ ਵਕਤੀ ਰਾਹਤ ਦਿੰਦੇ ਹੋਏ ਇਹ ਅੱਗੇ ਵਧਾ ਦੇਵੇ। हार्दिक पटेल ਨੂੰ ਲੈ ਕੇ ਜਿਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਚੋਣਾਂ 'ਚ ਉਮੀਦਵਾਰ ਨਹੀਂ ਮਿਲੇ ਤੇ ਆਪ 'ਚ ਸਾਡੇ ਲੋਕ ਸ਼ਾਮਿਲ ਕਰਕੇ ਜਿਹੜੇ ਟਿਕਟਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਵੱਡੀਆਂ ਸੀਟਾਂ ਚੰਡੀਗੜ੍ਹ ਨਗਰ ਨਿਗਮ 'ਚ ਲੈ ਕੇ ਵੀ ਆਮ ਆਦਮੀ ਪਾਰਟੀ ਉੱਥੇ ਆਪਣੀ ਨਗਰ ਨਿਗਮ ਨਹੀਂ ਬਣਾ ਸਕੀ ਤਾਂ ਇਹਦੀ ਕਿਹੜੀ ਗਰੰਟੀ ਹੈ ਕਿ ਉਹ ਪੰਜਾਬ 'ਚ ਬਣਾ ਲੈਣਗੇ। ਜਿਹੜੇ ਬੰਦੇ 7-7 ਸਾਲ ਤੋਂ ਪੰਜਾਬ 'ਚ ਕੰਮ ਕਰਕੇ ਝਾੜੂ ਦਾ ਝੰਡਾ ਚੱਕੀ ਫਿਰਦੇ ਸੀ, ਅੱਜ ਉਹਨਾਂ ਦੀ ਥਾਂ ਦੇ ਉੱਤੇ ਦੂਜੀਆਂ ਪਾਰਟੀਆਂ ਦੇ ਅਕਾਲੀ ਦਲ, ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ, ਜਿਨ੍ਹਾਂ ਨੂੰ ਉਹ ਕਹਿੰਦੇ ਆ ਕਿ ਸਾਡੀ ਰਹਿੰਦ ਖੂੰਹਦ ਸੀ ਇਹ, ਉਹਨਾਂ ਨੂੰ ਉਹਨੇ ਆਪਣੀ ਪਾਰਟੀ 'ਚ ਸ਼ਾਮਲ ਕਰ ਲਿਆ। ਇਹਦਾ ਜਵਾਬ ਉਹਦੇ ਕੋਲੇ ਹੈ ਨਹੀਂ। ਇਹਨਾਂ ਦੇ ਇੱਕ ਵੱਡੀ ਉਮਰ ਦੇ ਆਗੂ ਨੂੰ ਇਸ਼ਕ ਚੜ ਗਿਆ, ਉਹਨੇ ਇੱਕ ਯੰਗ ਕੁੜੀ ਦੇ ਨਾਲ ਵਿਆਹ ਕਰਾ ਲਿਆ। ਉਹ 2 ਦਿਨ ਹੋਟਲਾਂ 'ਚ ਹੀ ਹਨੀਮੂਨ ਮਨਾਉਂਦਾ ਰਿਹਾ ਜੀ। ਉਦੋਂ ਨੂੰ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਤੋੜ ਭੰਨ ਕਰਕੇ ਤੇ ਆਪ ਦੀ ਸਰਕਾਰ ਬਣਾ ਲਈ। ਇਹਨਾਂ ਦੇ ਬੰਦੇ ਆਪਦੇ 'ਚ ਜੁਆਇਨ ਕਰਾ ਲਏ। ਉਹਨਾਂ ਨੇ ਵੀ ਐਕਤੀ ਉੱਥੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਲਿਜਾ ਕੇ ਸਹੁੰ ਪਵਾਈ ਹੈ ਕਿ ਤੁਸੀਂ ਸਾਡੇ ਤੋਂ ਬਾਹਰ ਨਹੀਂ ਜਾਓਗੇ। ਉਹੀ ਗੱਲ ਕੇਜਰੀਵਾਲ ਨੇ ਕੀਤੀ ਹੈ। ਜਿਨ੍ਹਾਂ ਤੇ ਅਜੇ ਭਰੋਸਾ ਨਹੀਂ ਹੋ ਰਿਹਾ, ਇੱਥੇ ਲੋਕਾਂ ਦੀਆਂ ਜ਼ਮੀਰਾਂ ਮਰੀਆਂ ਪਈਆਂ ਨੇਗੀਆਂ, ਇਹਦੀ ਕਿਹੜੀ ਗਰੰਟੀ ਹੈ ਕਿ ਉਹ ਜਿੱਤ ਕੇ ਫਿਰ ਤੁਹਾਡੇ ਨਾਲ ਖੜ ਜਾਣਗੇ। ਤਾਜ਼ਾ ਸਥਿਤੀ ਚੰਡੀਗੜ੍ਹ ਦੀ ਵੇਖਦੀ ਹੋ ਨਾ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਅੱਜ ਦੇ ਵਿਸ਼ੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ, ਜਿਸ ਤੇ ਚਰਚਾ ਕਰਾਂਗੇ। ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ, ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਆਖਿਰ ਹੁਣ ਇਸ ਸੁਣਵਾਈ ਦੇ ਵਿੱਚ ਕੀ ਜਿਹੜੀ ਕਿ ਗੱਲ ਉਹ ਸਾਹਮਣੇ ਆਈ ਹੈ, ਇਸ ਤੇ ਚਰਚਾ ਕਰਾਂਗੇ। ਤੇ ਨਾਲ ਹੀ ਗੱਲਬਾਤ ਕਰਾਂਗੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ, ਜਿਨ੍ਹਾਂ ਨੂੰ ਵੱਡੀ ਰਾਹਤ ਮਿਲ ਗਈ ਹੈ, ਗ੍ਰਿਫਤਾਰੀ ਤੇ ਉਹਨਾਂ ਦੀ रोक लग गई है, इससे चर्चा करांगे। इस दे नाल ही गलबात करांगे कि केजरीवाल नूं पंजाब च चोणां च उम्मीदवार नहीं मिले ते सारे जिहड़े लोक ने वो टिकटां उन्हां नूं नहीं दित्तियां गईयां, जिस करके बगावत उन्हां दे विच लगातार देखण नूं मिल रही है। यह कहना हार्दिक पटेल दा। इस तों इलावा होर भी कई अहम मुद्दे ने जिन्हां ते चर्चा करांगे। इन्हां सारे मुद्दों ते गलबात करन लई साडे नाल स्टूडियो च मौजूद ने सीनियर एडिटर जसपाल सिंह ढिल्लों जी। सब तो पहला असीं उन्हां दा स्वागत करदे हां। ढिल्लों जी, तुहाडा बहुत-बहुत स्वागत है जी। बहुत शुक्रिया, मेहरबानी जी। ढिल्लों जी, सब तो पहला असीं गलबात करांगे नवजोत सिंह सिद्धू नूं लैके। नवजोत सिंह सिद्धू के मामले दे विच अज मानयोग सुप्रीम कोर्ट दे विच सुनवाई होनी सी। देखो, ये मामला 2018 च निपट चुकिया सी जी, जदों मानयोग सुप्रीम कोर्ट ने ही नवजोत सिंह सिद्धू ते जिहड़ा परचा सीगा वो IPC दी धारा 307 तहत दर्ज कीता सी। गैर इरादतन कतल वो धारा लगी सी
307 ਤਾਂ ਜਿਹੜਾ ਇਰਾਦਾ ਕਤਲ ਦੀ ਧਾਰਾ, ਗੈਰ ਇਰਾਦਤਨ ਕਤਲ ਦੀ ਧਾਰਾ ਲੱਗੀ ਸੀ। ਉਹਦੇ 'ਚ ਹੇਠਲੀ ਅਦਾਲਤ ਨੇ ਉਹਨੂੰ ਬਰੀ ਕਰਤਾ ਜੀ। ਹਾਈ ਕੋਰਟ ਨੇ ਉਹਨੂੰ 3 ਸਾਲ ਦੀ ਸਜ਼ਾ ਕਰਤੀ ਸੀ। ਨਵਜੋਤ ਸਿੰਘ ਸਿੱਧੂ ਨੇ ਆਪਣੇ ਵਕੀਲ, ਸੀਨੀਅਰ ਵਕੀਲ ਨੇ RS ਚੀਮਾ ਸਾਹਿਬ ਚੰਡੀਗੜ੍ਹ ਤੋਂ, ਉਹਨਾਂ ਰਾਹੀਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ। ਮਾਨਯੋਗ ਅਦਾਲਤ ਨੇ ਗੈਰ ਇਰਾਦਤਨ ਮੰਨ ਲਿਆ ਜੀ ਵੀ ਇਹਦੇ ਵਿੱਚ ਨਾ ਤਾਂ ਇਹਦੀ ਕੋਈ ਜਾਣ ਪਛਾਣ ਸੀ, ਕੋਈ ਇਹਦਾ ਮਕਸਦ ਨਹੀਂ ਆਉਂਦਾ ਕਿ ਇਹ ਕਤਲ ਕਰਨ ਦੇ ਨਾਲ ਹੀ ਉਹਦੇ ਤੇ ਹਮਲਾ ਕੀਤਾ ਗਿਆ ਸੀ। ਅਚਾਨਕ ਪਾਰਕਿੰਗ ਨੂੰ ਲੈ ਕੇ ਸ਼ਾਇਦ ਕੋਈ ਮਾੜਾ ਮੋਟਾ ਭੇੜ ਹੋਈ, ਜਿਹਦੇ ਵਿੱਚ ਕਹਿੰਦੇ ਆ ਕਿ ਕੋਈ ਕਹਿੰਦੇ ਆ ਵੀ ਕੋਈ ਸੁੰਨ ਮਾਰਤਾ, ਕੋਈ ਕੁਛ ਕਹਿੰਦੇ ਆ, ਕੋਈ ਹੱਥਾ ਪਾਈ ਹੋਈ ਹੋਏਗੀ। ਜੇ ਮਾੜੀ ਮੁੱਟੀ ਵੀ ਹੱਥਾ ਪਾਈ ਹੋ ਜੇ ਤਾਂ ਭਾਰਤੀ ਦੰਡਾਵਲੀ ਦੀ ਧਾਰਾ 323 ਲੱਗ ਜਾਂਦੀ ਹੈ, ਲੜਾਈ ਝਗੜਾ, ਮਾਮੂਲੀ ਲੜਾਈ ਝਗੜਾ। ਮਾਨਯੋਗ ਅਦਾਲਤ ਨੇ ਉਹਦੇ ਵਿੱਚ ਉਹ ਤਬਦੀਲ ਕਰਕੇ ਨਵਜੋਤ ਸਿੰਘ ਸਿੱਧੂ ਨੂੰ 1000 ਰੁਪਏ ਦਾ ਜੁਰਮਾਨਾ ਲਾ ਕੇ ਉਹਨੂੰ ਬਰੀ ਕਰਤਾ ਸੀ। ਇਹ ਗੱਲ ਹੈ 2018 ਦੀ। ਜਿਹੜਾ ਇਹ ਸਾਰਾ ਕੁਝ ਵਾਪਰਿਆ ਵਾ 1988 ਜਾਂ 1999 ਦਾ, 30 ਸਾਲ ਤੋਂ ਵੱਧ ਸਮਾਂ ਇਹਨੂੰ ਅਦਾਲਤਾਂ ਦੇ ਵਿੱਚ ਤੁਰੇ ਫਿਰਦਿਆਂ ਨੂੰ ਹੋ ਗਿਆ, ਕਿਸੇ ਸਿਰੇ ਨਹੀਂ ਲੱਗਿਆ। ਜਿਹੜੇ ਪ੍ਰਭਾਵਿਤ ਪਾਰਟੀ ਹੈ ਉਹ ਸਾਡੇ ਨਾਲ ਹੀ ਦੇਵੀਗੜ੍ਹ ਰੋਡ ਤੇ ਪਿੰਡ ਪੈਂਦਾ ਘਲੌੜੀ, ਉੱਥੋਂ ਦੇ ਸਨ ਸਰਦਾਰ ਗੁਰਨਾਮ ਸਿੰਘ, ਜਿਨ੍ਹਾਂ ਦੇ ਨਾਲ ਇਹਦਾ ਕਥਿਤ ਝਗੜਾ ਹੋਇਆ ਸੀ। ਕਹਿੰਦੇ ਆ ਕਿ ਉਹਦੀ ਜਿਹੜੀ ਨਾ ਤਾਂ ਗਵਾਹ ਕੋਈ ਹੈਗੇ ਆ ਇਹਦੇ 'ਚ, ਔਰ ਪੋਸਟਮਾਰਟਮ ਦੇ ਵਿੱਚ ਜਿਹੜੀ ਰਿਪੋਰਟ ਆਈ ਆ ਉਹ ਕਹਿੰਦੇ ਵੀ ਉਹ ਪਹਿਲਾਂ ਹੀ ਦਿਲ ਦਾ ਮਰੀਜ਼ ਸੀ ਜੀ, ਔਰ ਮਾਮੂਲੀ ਨਿਸ਼ਾਨ ਸੀ, ਹੋਰ ਕੋਈ ਉਹਦੇ ਤੇ ਬਹੁਤਾ ਉਹਨਾਂ ਦੇ ਸਰੀਰ ਦੇ ਉੱਤੇ ਜ਼ਿਆਦਾ ਚੋਟ ਵਗੈਰਾ ਨਹੀਂ ਸੀ। ਉਹਨਾਂ ਨੇ ਇਹਦੇ ਵਿੱਚ ਮੁੜ ਵਿਚਾਰ ਕਰਨ ਦੀ ਪਟੀਸ਼ਨ, ਜਿਹਨੂੰ ਰਿਵਿਊ ਪਟੀਸ਼ਨ ਕਹਿੰਦੇ ਆ ਜੀ, ਵੀ ਸਾਨੂੰ ਪਹਿਲੇ ਫੈਸਲੇ ਤੇ ਸੰਤੁਸ਼ਟੀ ਨਹੀਂ, ਇਹਨੂੰ ਨਵੇਂ ਸਿਰੇ ਤੋਂ ਸੁਣਿਆ ਜਾਵੇ। ਉਹਦੇ ਉੱਤੇ ਇਹ ਸਮਾਂ ਬੜਾ ਉਹ ਚੁਣਿਆ ਗਿਆ ਜਦੋਂ ਚੋਣਾਂ ਸਿਰ ਤੇ ਨੇ। ਬਿਲਕੁਲ ਜੀ। ਪਰ ਕਈ ਵਾਰੀ ਅਦਾਲਤਾਂ ਉਹਨਾਂ ਚੀਜ਼ਾਂ ਨੂੰ ਸਮਝ ਜਾਂਦੀਆਂ ਨੇ ਕਿ ਇਹ ਚੋਣਾਂ ਕਰਕੇ ਉਠਾਇਆ ਜਾ ਰਿਹਾ ਹੈ ਸਿਆਸੀ ਪਾਰਟੀਆਂ ਵੱਲੋਂ ਜੀ। ਉਹਨਾਂ ਨੇ 20 ਫਰਵਰੀ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਜੀ, ਲੇਕਿਨ ਇਸ ਮਾਮਲੇ ਨੂੰ 25 ਫਰਵਰੀ ਤੱਕ ਟਾਲਤਾ। ਭਾਵ ਪੰਜਾਬ ਦੀਆਂ ਜਿਹੜੀਆਂ ਚੋਣਾਂ ਨੇ ਉਹ 20 ਫਰਵਰੀ ਨੂੰ ਸੰਪੰਨ ਹੋ ਜਾਣਗੀਆਂ ਜੀ, ਤੇ 25 ਫਰਵਰੀ ਨੂੰ ਇਹਦੀ ਸੁਣਵਾਈ ਹੋਵੇਗੀ। ਅਜੇ ਉਹ ਸੁਣਵਾਈ ਕਿੰਨਾ ਚਿਰ ਆਉਂਦੀ ਹੈ? ਜੇ ਆਪਾਂ ਕਹੀਏ ਕਿ 25 ਫਰਵਰੀ ਨੂੰ ਮਾਨਯੋਗ ਅਦਾਲਤ ਨੇ ਫੈਸਲਾ ਹੀ ਸੁਣਾ ਦੇਣਾ ਹੈ, ਨਹੀਂ, ਦੋਹਾਂ ਪਾਸਿਆਂ ਦੇ ਵਕੀਲਾਂ ਨੂੰ ਫਿਰ ਮੌਕੇ ਦਿੱਤੇ ਜਾਣਗੇ ਵਿਚਾਰ ਕਰਨ ਦੇ, ਬਹਿਸ ਕਰਨ ਦੇ। ਪਹਿਲਾਂ ਪੀੜਤ ਧਿਰ ਦਾ ਵਕੀਲ ਕਹੇਗਾ ਕਿ ਉਹਨਾਂ ਨੇ ਇਹ ਰਿਵਿਊ ਪਟੀਸ਼ਨ ਕਿਉਂ ਪਾਈ ਹੈ। ਉਹਨਾਂ ਨੇ ਤਾਂ ਇਸ ਕਰਕੇ ਪਾਈ ਹੈ ਕਿ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ ਉਹ ਪਲਟਿਆ ਜਾਵੇ ਜੀ। ਪਤਾ ਨਹੀਂ ਕਿਹਦੀ ਦਲੀਲ ਉੱਥੇ ਭਾਰੂ ਹੁੰਦੀ ਹੈ, ਮਾਨਯੋਗ ਸੁਪਰੀਮ ਕੋਰਟ ਉਹਨੂੰ ਸਵੀਕਾਰ ਕਰਦੀ ਹੈ ਜਾਂ ਨਹੀਂ ਕਰਦੀ ਜੀ, ਇਹ ਆਪਣੇ ਆਪ ਦੇ ਵਿੱਚ ਇੱਕ ਗੱਲ ਹੋਵੇਗੀ। ਸੋ ਰੀਨਾ ਜੀ, ਹੁਣ 25 ਫਰਵਰੀ ਨੂੰ ਪਤਾ ਲੱਗੇਗਾ ਕਿ ਅੱਗੇ ਕਿੰਨਾ ਕੁ ਚਿਰ ਜਾਂਦਾ ਜਾਂ ਨਹੀਂ ਜਾਂਦਾ। ਲੇਕਿਨ ਵਕਤੀ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਵਾਸਤੇ ਇੱਕ ਵੱਡੀ ਰਾਹਤ ਮਿਲ ਗਈ ਹੈ। ਜੀ ਜੀ ਢਿੱਲੋਂ ਜੀ, ਰਾਹਤ ਦੀ ਗੱਲ ਚੱਲ ਰਹੀ ਹੈ ਤਾਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਵੀ ਵੱਡੀ ਰਾਹਤ ਮਿਲ ਗਈ ਹੈ। ਉਹਨਾਂ ਦੀ ਵੀ ਗ੍ਰਿਫਤਾਰੀ ਤੇ 1 ਹਫ਼ਤੇ ਲਈ ਰੋਕ ਜਿਹੜੀ ਕਿ ਲਗਾ ਦਿੱਤੀ ਗਈ ਹੈ। ਉਹਨਾਂ ਦੇ ਉੱਤੇ ਜਿਹੜਾ ਮਾਮਲਾ ਦਰਜ ਹੋਇਆ ਉਹ ਕਿਸੇ ਔਰਤ ਨੇ ਕਰਾਇਆ ਹੈ ਜੀ, ਬਿਲਕੁਲ। ਉਹਨਾਂ ਤੇ ਇਲਜ਼ਾਮ ਜਿਹੜਾ ਹੈਗਾ ਉਹ ਕਥਿਤ ਰੂਪ ਵਿੱਚ ਜਬਰ ਜਨਾਹ ਦਾ ਧਾਰਾ ਲੱਗੀ ਹੈ 376। 376 ਧਾਰਾ ਨੂੰ ਮੰਨਿਆ ਜਾਂਦਾ ਕਿ ਤੁਸੀਂ ਕਿਸੇ ਵੀ ਔਰਤ ਦੇ ਭਰੋਸੇ ਤੋਂ ਬਿਨਾ ਉਹਦੇ ਨਾਲ ਜਬਰ ਜਨਾਹ ਕਰਦੇ ਹੋ ਤਾਂ ਉਹ ਅਜਿਹੇ ਮੌਕੇ ਦੇ ਵਿੱਚ ਇਹ ਧਾਰਾ 376 IPC ਲਾਈ ਜਾਂਦੀ ਹੈ, ਜਿਹੜੀ ਉਹਨਾਂ ਤੇ ਲੱਗੀ ਹੈ ਜੀ। ਹੇਠਲੇ ਪੱਧਰ ਦੇ ਉੱਤੇ ਉਹਦਾ ਮਤਲਬ ਇੱਕ ਧਿਰ ਗਈ, ਉੱਥੋਂ ਰਾਹਤ ਨਹੀਂ ਮਿਲੀ ਤੇ ਆਖਰ ਦੇ ਵਿੱਚ
ਸਿਮਰਜੀਤ ਸਿੰਘ ਬੈਂਸ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜੀ। ਉਹਨਾਂ ਨੂੰ ਪਹਿਲਾਂ ਅੱਜ ਤੱਕ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਗਈ ਸੀ। ਅੱਜ ਦੁਬਾਰਾ ਤੋਂ ਇਹ ਸੁਣਵਾਈ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਹੋਈ ਜੀ। ਉਹਦੇ ਤੇ ਕੋਈ ਫੈਸਲਾ ਕਿਸੇ ਸਿਰੇ ਤੇ ਨਾ ਲੱਗਦਿਆਂ ਅਦਾਲਤ ਨੇ ਇਹ ਗ੍ਰਿਫਤਾਰੀ ਤੇ ਜਿਹੜੀ ਰੋਕ ਹੈ ਉਹ 10 ਫਰਵਰੀ ਤੱਕ ਵਧਾਤੀ ਹੈ। 1 ਹਫ਼ਤਾ ਉਹਨਾਂ ਨੂੰ ਹੋਰ ਰਾਹਤ ਮਿਲ ਗਈ ਹੈ ਜੀ। ਭਾਵ 10 ਫਰਵਰੀ ਤੱਕ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਨਹੀਂ ਹੋਵੇਗੀ। 10 ਫਰਵਰੀ ਤੋਂ ਬਾਅਦ ਹੋ ਸਕਦਾ ਜਿਵੇਂ ਦੂਜਿਆਂ ਨੂੰ ਰਾਹਤ ਦਿੱਤੀ ਹੈ ਬਿਕਰਮ ਸਿੰਘ ਮਜੀਠੀਆ ਨੂੰ 23 ਫਰਵਰੀ ਤੱਕ ਹੈ ਜੀ। ਤੇ ਨਵਜੋਤ ਸਿੰਘ ਸਿੱਧੂ ਵਾਲੇ 'ਚ ਤਾਂ ਸੁਣਵਾਈ ਟਲੀ ਹੈ ਤੇ ਹੋ ਸਕਦਾ 10 ਫਰਵਰੀ ਨੂੰ ਫੇਰ ਮਾਨਯੋਗ ਅਦਾਲਤ ਵਕਤੀ ਰਾਹਤ ਦਿੰਦੇ ਹੋਏ ਇਹ ਅੱਗੇ ਵਧਾ ਦੇਵੇ ਜੀ। ਸੋ ਢਿੱਲੋਂ ਜੀ, ਇਸ ਦੇ ਨਾਲ ਹੀ ਗੱਲਬਾਤ ਕਰਦੇ ਹਾਂ ਹਾਰਦਿਕ ਪਟੇਲ ਨੂੰ ਲੈ ਕੇ, ਜਿਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਚੋਣਾਂ 'ਚ ਉਮੀਦਵਾਰ ਨਹੀਂ ਮਿਲੇ ਤੇ ਆਪ 'ਚ ਸਾਡੇ ਲੋਕ ਸ਼ਾਮਿਲ ਕਰਕੇ ਜਿਹੜੇ ਟਿਕਟਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਹਾਰਦਿਕ ਪਟੇਲ ਇੱਕ ਵੱਡੇ ਆਗੂ ਨੇ ਕਾਂਗਰਸ ਦੇ, ਗੁਜਰਾਤ ਨਾਲ ਸੰਬੰਧਿਤ ਨੇ। ਉਹ ਅੱਜ ਕੱਲ੍ਹ ਜਿਵੇਂ ਆਪਾਂ ਪਹਿਲੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਨਰਿੰਦਰ ਮੋਦੀ ਤੇ ਹੋਰਾਂ ਨੇ ਇੱਥੇ ਆਉਣਾ, ਇਸੇ ਤਰ੍ਹਾਂ ਕਾਂਗਰਸ ਨੇ ਵੀ ਕੁਝ ਬਾਹਰਲੇ ਰਾਜਾਂ ਤੋਂ ਆਗੂ ਪੰਜਾਬ ਵਿੱਚ ਡਿਊਟੀ ਲਾਈ ਹੈ, ਪੰਜਾਬ ਵਿੱਚ ਭੇਜੇ ਨੇ ਜੀ। ਪਿਛਲੇ ਦਿਨਾਂ ਦੇ ਵਿੱਚ ਕੇਜਰੀਵਾਲ ਸਟੇਜਾਂ ਤੇ ਅਕਸਰ ਅਨਾਉਂਸ ਕਰਦਾ ਸੀ जी, हम किसी की रहंद खूंद को हमारी पार्टी में जगह नहीं देंगे और ना ही किसी उस व्यक्ति को टिकट दिया जाएगा जो दूसरी पार्टी की रहंद खूंद होगा जी। ਤੇ ਕੇਜਰੀਵਾਲ ਸਾਹਿਬ ਨੇ ਤਾਂ ਥੁੱਕ ਕੇ ਉਦੋਂ ਹੀ ਚੱਟ ਲਿਆ ਸੀ ਜਦੋਂ ਉਹਨੇ ਨਿਤਨ ਗਡਕਰੀ ਤੇ ਬਿਕਰਮ ਸਿੰਘ ਮਜੀਠੀਆ ਤੋਂ ਲਿਖਤੀ ਮਾਫੀ ਮੰਗ ਲਈ ਸੀ ਜੀ। ਤੁਸੀਂ ਉਹ ਗੱਲ ਕਰਦੇ ਹੀ ਕਿਉਂ ਹੋ ਜਿਹਦੇ ਨਾਲ ਤੁਹਾਨੂੰ ਮਾਫੀ ਮੰਗਣੀ ਪੈ ਜਾਵੇ। ਸੋ ਹਾਰਦਿਕ ਪਟੇਲ ਸਾਹਿਬ ਨੇ ਵੀ ਉਹੀ ਉਹਨਾਂ ਤੇ ਲਾਏ ਹੈ ਜਿਹੜੇ ਕੁਝ ਦਿਨ ਪਹਿਲਾਂ ਜੀ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਤੇਜ ਸਿੰਘ ਪੰਨੂ ਨੇ ਲਾਏ ਸੀ। ਉਹਨਾਂ ਦਿਨਾਂ ਦੇ ਵਿੱਚ 56 ਸੀ ਜੀ, 2 ਇਹਨਾਂ ਨੇ ਬਾਅਦ ਚ ਐਲਾਨ ਤੇ ਪਤਾ ਲੱਗਿਆ ਕਿ ਇੱਕ ਹੋਰ ਬਾਹਰੀ ਪਾਰਟੀ ਵਾਲਾ ਸ਼ਾਮਲ ਕਰ ਲਿਆ ਤੇ ਕੁੱਲ 58 ਜਾਂ 59 ਹੋ ਗਏ ਜੀ। ਤਾਂ ਕਿੱਥੇ ਗਿਆ ਉਹਦਾ ਅਸੂਲ ਕਿ ਅਸੀਂ ਦੂਜੀਆਂ ਪਾਰਟੀਆਂ ਵਾਲਿਆਂ ਨੂੰ, ਲੋਕਾਂ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਜਿਹੜੀ ਗੱਲ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਆ ਕਿ ਸਾਨੂੰ ਸਰਕਾਰ ਬਣਾਉਣੀ ਆਉਂਦੀ ਹੈ, ਅਸੀਂ ਤੁਹਾਨੂੰ ਸਰਕਾਰ ਬਣਾ ਕੇ ਦਿਖਾਵਾਂਗੇ। ਹੋ ਸਕਦਾ ਹੈ ਕਿ ਜਿਹਨੂੰ ਇਹ ਰਹਿੰਦ ਖੂੰਦ ਕਈ ਆਗੂ ਕਹਿ ਰਹੇ ਨੇ ਜੀ ਕਿ ਉਹ ਜਾਣਬੁੱਝ ਕੇ ਕੇਜਰੀਵਾਲ ਕੋਲੇ ਭੇਜੇ ਹੋਣ। ਲੱਗਦਾ ਹੋਵੇ ਕਿ ਉਹਦੇ ਰੱਥ ਤੇ ਚੜ੍ਹ ਕੇ ਬੇੜੀ ਪਾਰ ਲੱਗ ਸਕਦੀ ਹੈ ਤੇ ਜੇ ਬਹੁਮਤ, ਜੇ ਵੱਡੀਆਂ ਸੀਟਾਂ ਚੰਡੀਗੜ੍ਹ ਨਗਰ ਨਿਗਮ 'ਚ ਲੈ ਕੇ ਵੀ ਆਮ ਆਦਮੀ ਪਾਰਟੀ ਉੱਥੇ ਆਪਣੀ ਨਗਰ ਨਿਗਮ ਨਹੀਂ ਬਣਾ ਸਕੀ ਤਾਂ ਇਹਦੀ ਕਿਹੜੀ ਗਰੰਟੀ ਹੈ ਕਿ ਉਹ ਪੰਜਾਬ 'ਚ ਬਣਾ ਲੈਣਗੇ। ਬਿਲਕੁਲ ਜੀ। ਸੋ ਜਿਹੜੀ ਗੱਲ ਅਰਵਿੰਦ ਕੇਜਰੀਵਾਲ ਕਹਿੰਦਾ ਸੀ ਕਿ ਮੈਂ ਕਿਸੇ ਕੀ ਰਹਿੰਦ ਖੂੰਦ ਕੋ ਨਹੀਂ ਲੂੰਗਾ, ਫਿਰ ਤਾਂ 58 ਲੈ ਲਏ ਜੀ। ਜਿਹੜੇ ਬੰਦੇ 7-7 ਸਾਲ ਤੋਂ ਪੰਜਾਬ 'ਚ ਕੰਮ ਕਰਕੇ ਝਾੜੂ ਦਾ ਝੰਡਾ ਚੱਕੀ ਫਿਰਦੇ ਸੀ, ਅੱਜ ਉਹਨਾਂ ਦੀ ਥਾਂ ਦੇ ਉੱਤੇ ਦੂਜੀਆਂ ਪਾਰਟੀਆਂ ਦੇ ਅਕਾਲੀ ਦਲ, ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ, ਜਿਨ੍ਹਾਂ ਨੂੰ ਉਹ ਕਹਿੰਦੇ ਆ ਕਿ ਸਾਡੀ ਰਹਿੰਦ ਖੂੰਦ ਸੀ ਇਹ, ਉਹਨਾਂ ਨੂੰ ਉਹਨੇ ਆਪਣੀ ਪਾਰਟੀ 'ਚ ਸ਼ਾਮਲ ਕਰ ਲਿਆ। ਇਹਦਾ ਜਵਾਬ ਉਹਦੇ ਕੋਲੇ ਹੈ ਨਹੀਂ ਜੀ। ਸੋ ਢਿੱਲੋਂ ਜੀ, ਇਸ ਦੇ ਨਾਲ ਹੀ ਗੱਲਬਾਤ ਕਰ ਲੈਂਦੇ ਹਾਂ ਹਰਚਰਨ ਸਿੰਘ ਬੈਂਸ ਨੂੰ ਲੈ ਕੇ, ਜਿਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਪੰਜਾਬੀ ਭਾਸ਼ਾ ਨੂੰ ਦਿੱਲੀ ਸਿੱਖਿਆ ਬੋਰਡ ਦੇ ਪਾਠਕ੍ਰਮ 'ਚੋਂ ਬਾਹਰ ਕੱਢ ਕੇ ਦੋਵਾਂ ਦਾ ਅਪਮਾਨ ਕਰ ਰਹੀ ਹੈ। ਦੋ ਗੱਲਾਂ ਇਕੱਠੀਆਂ ਕੀਤੀਆਂ ਨੇ ਉਹਨਾਂ ਨੇ। ਪਹਿਲੀ ਗੱਲ ਤਾਂ ਇਹ ਕੀਤੀ ਹੈ ਕਿ ਦਿੱਲੀ ਦੇ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ ਜੀ। ਪੰਜਾਬੀ ਦਾ ਅਧਿਆਪਕ ਹੈ ਉੱਥੇ 700, ਸੰਸਕ੍ਰਿਤ ਦਾ 3000। ਉਹ ਕਹਿੰਦੇ ਇਹਦਾ ਜਵਾਬ ਦੇਵੇ। ਸਾਡੇ ਕਨੀਓ ਸੰਸਕ੍ਰਿਤ ਦੇ ਕਿਤੇ ਵੱਧ ਰੱਖ ਲਓ, ਪਰ ਸੰਸਕ੍ਰਿਤ ਦਿੱਲੀ ਦੇ ਵਿੱਚ ਪੰਜਾਬੀ ਜਿੰਨੀ ਨਹੀਂ ਬੋਲੀ ਜਾਂਦੀ। ਬਿਲਕੁਲ ਜੀ। ਪੰਜਾਬੀ ਲੋਕ
ਵੱਧ ਬੋਲਦੇ ਨੇ। ਉਹ ਕਹਿੰਦੇ ਇਹਦਾ ਜਵਾਬ ਦੇਵੇ ਵੀ ਇਹ ਪੰਜਾਬੀ। ਦੂਜਾ ਉੱਥੋਂ ਦਾ ਜਿਹੜਾ ਹੈਗਾ ਚੇਅਰਮੈਨ ਆਪਣਾ ਸਾਹਿਤ ਅਕਾਦਮੀ ਦਾ, ਉਹ ਇੱਕ ਜੂਨੀਅਰ ਅਧਿਕਾਰੀ ਲਾਤਾ ਗੈਰ ਪੰਜਾਬੀ, ਗੈਰ ਲੇਖਕ। ਕਿਸੇ ਵੇਲੇ ਇਹਦੇ ਬਹੁਤ ਵੱਡੇ ਵੱਡੇ ਆਗੂ, ਖਾਸ ਕਰ ਖੁਸ਼ਵੰਤ ਸਿੰਘ ਜੀ, ਅੰਮ੍ਰਿਤਾ ਪ੍ਰੀਤਮ ਜਾਂ ਇਸ ਪੱਧਰ ਦੇ ਜਿਹੜੇ ਸਾਹਿਤਕਾਰ ਸੀ ਜੀ, ਉਹ ਇਹਦੇ ਚੇਅਰਮੈਨ ਹੁੰਦੇ ਸੀ। ਤੇ ਇਹਨੇ ਇੱਕ ਜੂਨੀਅਰ ਜਾਂ ਅਧਿਕਾਰੀ ਜਿਹੜਾ ਗੈਰ ਸਾਹਿਤਕ ਬੰਦਾ ਹੈ ਜੀ, ਉਹਨੂੰ ਪੰਜਾਬੀ ਸਾਹਿਤ ਅਕਾਦਮੀ ਦਾ ਚੇਅਰਮੈਨ ਲਾ ਰੱਖਿਆ। ਇਹ ਉੱਥੇ ਗੱਲਾਂ ਕੁਛ ਕਰਦਾ, ਪੰਜਾਬ ਜਾ ਕੇ ਕੁਛ ਕਰਦਾ ਜੀ। ਹੁਣ ਨਵੀਂ ਗੱਲ ਇੱਕ ਜਾ ਕੇ ਇਹਨੇ ਗੁਆਚ ਕਰਤੀ। ਉੱਥੇ ਜਾ ਕੇ ਆਪਦੇ ਉਮੀਦਵਾਰਾਂ ਨੂੰ ਕਹਿੰਦਾ ਐਫੀਡੈਵਿਟ ਭਰ ਕੇ ਦਿਓ ਵੀ ਤੁਸੀਂ ਮੈਨੂੰ ਛੱਡ ਕੇ ਨਹੀਂ ਜਾਓਗੇ। ਜੇ ਗੁਟਕਿਆਂ ਦੀ ਸਹੁੰ ਖਾ ਖਾ ਕੇ ਆਗੂ ਖਰੇ ਨਹੀਂ ਉਤਰਦੇ। ਬਿਲਕੁਲ। ਪਿਛਲੀ ਵਾਰੀ ਕਾਂਗਰਸ ਨੇ ਸਭ ਤੋਂ ਵੱਧ ਸੀਟਾਂ ਗੋਆ ਦੇ ਵਿੱਚ ਜਿੱਤੀਆਂ ਰੀਨਾ ਜੀ। ਇਹਨਾਂ ਦੇ ਇੱਕ ਵੱਡੀ ਉਮਰ ਦੇ ਆਗੂ ਨੂੰ ਇਸ਼ਕ ਚੜ ਗਿਆ। ਉਹਨੇ ਇੱਕ ਯੰਗ ਕੁੜੀ ਦੇ ਨਾਲ ਵਿਆਹ ਕਰਾ ਲਿਆ। ਉਹ 2 ਦਿਨ ਹੋਟਲਾਂ 'ਚ ਹੀ ਹਨੀਮੂਨ ਮਨਾਉਂਦਾ ਰਿਹਾ ਜੀ। ਉਦੋਂ ਨੂੰ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਤੋੜ ਭੰਨ ਕਰਕੇ ਤੇ ਆਪ ਦੀ ਸਰਕਾਰ ਬਣਾ ਲਈ। ਇਹਨਾਂ ਦੇ ਬੰਦੇ ਆਪਦੇ 'ਚ ਜੁਆਇਨ ਕਰਾ ਲਏ। ਭਾਵ ਉਹਨਾਂ ਨੇ ਵੀ ਐਕਤੀ ਉੱਥੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਲਿਜਾ ਕੇ ਸਹੁੰ ਪਵਾਈ ਹੈ ਕਿ ਤੁਸੀਂ ਸਾਡੇ ਤੋਂ ਬਾਹਰ ਨਹੀਂ ਜਾਓਗੇ। ਉਹੀ ਗੱਲ ਕੇਜਰੀਵਾਲ ਨੇ ਕੀਤੀ ਹੈ ਕਿ ਤੁਸੀਂ ਐਫੀਡੈਵਿਟ ਦਿਓ ਕਿ ਜਿੱਤਣ ਤੋਂ ਬਾਅਦ ਸਾਡੀ ਪਾਰਟੀ ਛੱਡ ਕੇ ਨਹੀਂ ਜਾਓਗੇ। ਜਿਨ੍ਹਾਂ ਤੇ ਅਜੇ ਭਰੋਸਾ ਨਹੀਂ ਹੋ ਰਿਹਾ, ਇੱਥੇ ਲੋਕਾਂ ਦੀਆਂ ਜ਼ਮੀਰਾਂ ਮਰੀਆਂ ਪਈਆਂ ਨੇਗੀਆਂ। ਇਹਦੀ ਕਿਹੜੀ ਗਰੰਟੀ ਹੈ ਕਿ ਉਹ ਜਿੱਤ ਕੇ ਫਿਰ ਤੁਹਾਡੇ ਨਾਲ ਖੜ ਜਾਣਗੇ? ਤਾਜ਼ਾ ਸਥਿਤੀ ਚੰਡੀਗੜ੍ਹ ਦੀ ਵੇਖਦੀ ਹੋ ਨਾ ਕਿ ਕਾਂਗਰਸ, ਭਾਰਤੀ ਜਨਤਾ ਪਾਰਟੀ ਇਹਨਾਂ ਤੋਂ ਦੂਜੇ ਨੰਬਰ ਤੇ ਸੀ ਜੀ, ਕਾਂਗਰਸ ਤੀਜੇ ਨੰਬਰ ਤੇ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਸੀਟ ਹੀ ਇੱਕ ਆਈ ਸੀ। ਉਹ ਤਾਂ ਵਿਚਾਰੇ 1.25 ਲੱਖ ਖਾਲਸੀ ਸੀ। ਉਹ ਵੀ ਹਰਦੀਪ ਸਿੰਘ 30 ਨੰਬਰ ਵਾਰਡ ਦੇ ਵਿੱਚੋਂ ਆਪਣੇ ਸਿਰ ਤੇ ਜਿੱਤਿਆ। ਕਹਿਣ ਦਾ ਮਤਲਬ ਕਿ ਅੱਜ ਜਦੋਂ ਭਰੋਸਾ ਹੀ ਨਹੀਂ ਇਹਨਾਂ ਨੂੰ, ਤਾਂ ਜਦੋਂ ਉੱਥੇ ਐਫੀਡੈਵਿਟ ਲੈ ਰਿਹਾ ਹੈ ਤਾਂ ਜਿਹੜੇ ਪੰਜਾਬ 'ਚੋਂ ਜਿੱਤਣਗੇ ਦੂਜੀਆਂ ਪਾਰਟੀਆਂ 'ਚੋਂ ਆ ਕੇ, ਉਹਦੀ ਕਿਹੜੀ ਗਰੰਟੀ ਹੈ ਕਿ ਇਹਦੇ ਨਾਲ ਖੜ ਜਾਣਗੇ? ਬਿਲਕੁਲ। ਸੋ ਅੱਜ ਜਦੋਂ ਤੁਸੀਂ ਉਹਨਾਂ ਤੇ ਭਰੋਸਾ ਹੀ ਨਹੀਂ ਕਰ ਰਹੇ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਅਹਿਮ ਗੱਲ ਹੈਗੀ ਹੈ। ਜੀ ਜੀ ਢਿੱਲੋਂ ਜੀ, ਪੈਗਾਸਸ ਦੇ ਮੁੱਦੇ ਤੇ ਯੂਥ ਕਾਂਗਰਸ ਦੇ ਵੱਲੋਂ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ। ਕੱਲ ਉਹਨਾਂ ਨੇ ਵੱਡੇ ਪ੍ਰਦਰਸ਼ਨ ਕੀਤੇ ਨੇ, ਖਾਸ ਕਰ ਪਾਰਲੀਮੈਂਟ ਦੇ ਬਾਹਰ ਦਿੱਲੀ ਦੇ ਵਿੱਚ ਜੀ। ਜਿਹੜੀ ਇਹ ਜਸੂਸੀ ਕਰਾਈ ਜਾ ਰਹੀ ਹੈ, ਜਿਹੜਾ ਇਹ ਸੌਫਟਵੇਅਰ ਲਿਆਂਦਾ ਗਿਆ ਜੀ, ਸ਼ਾਇਦ ਇਜ਼ਰਾਈਲ ਤੋਂ ਲਿਆਂਦਾ ਹੈ। ਉਹ $3 ਅਰਬ ਦਾ ਸਮਝੌਤਾ ਪ੍ਰਧਾਨ ਮੰਤਰੀ ਸਾਹਿਬ ਨੇ ਕੀਤਾ ਸੀ। ਤਾਂ ਉਹ ਕਹਿੰਦੇ ਭਾਰਤੀ ਜਨਤਾ ਪਾਰਟੀ ਦਾ ਨਾਂ ਭਾਰਤੀ ਜਨਤਾ ਪਾਰਟੀ ਕੱਟ ਕੇ ਇਹਦਾ ਨਾਂ ਭਾਰਤੀ ਜਸੂਸ ਪਾਰਟੀ ਰੱਖ ਦਿੱਤਾ ਜਾਵੇ। ਇਹ ਕੱਲ ਯੂਥ ਕਾਂਗਰਸ ਵਾਲਿਆਂ ਨੇ ਉੱਥੇ ਕੱਲ ਸਰਕਾਰ ਨੂੰ ਪਾਰਲੀਮੈਂਟ ਦੇ ਅੰਦਰੋਂ ਤੇ ਪਾਰਲੀਮੈਂਟ ਦੇ ਬਾਹਰੋਂ ਜੀ ਵਿਰੋਧੀ ਧਿਰ ਵਾਲਿਆਂ ਨੇ ਐਨ ਜ਼ੋਰ ਸ਼ੋਰ ਨਾਲ ਘੇਰਿਆ। ਕਾਂਗਰਸ ਦੇ ਹੀ ਸੀਨੀਅਰ ਆਗੂ ਨੇ ਰਾਹੁਲ ਗਾਂਧੀ ਜੀ, ਉਹ ਕਹਿੰਦੇ ਵੀ ਅਸੀਂ 10 ਸਾਲਾਂ ਦੇ ਵਿੱਚ 27 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਚੁੱਕਤਾ ਸੀ। ਇਹ ਅੰਕੜਾ ਉਹਨਾਂ ਦਾ ਤੇ ਭਾਰਤੀ ਜਨਤਾ ਪਾਰਟੀ ਨੇ 7 ਸਾਲਾਂ ਦੇ ਵਿੱਚ 23 ਕਰੋੜ ਲੋਕਾਂ ਨੂੰ ਗਰੀਬੀ 'ਚ ਧੱਕਤਾ। ਖਾਸ ਕਰ ਇਸ ਕਰੋਨਾ ਮਹਾਮਾਰੀ ਦੀ ਬਿਮਾਰੀ ਵੇਲੇ ਇਹਨਾਂ ਤੋਂ ਸਹੀ ਤਰੀਕੇ ਦੇ ਨਾਲ ਨਜਿੱਠਿਆ ਨਹੀਂ ਗਿਆ ਜੀ ਜੀ। ਸੋ ਇਸ ਦੇ ਨਾਲ ਹੀ ਗੱਲਬਾਤ ਕਰ ਲੈਣੇ ਮਮਤਾ ਬੈਨਰਜੀ ਨੂੰ ਲੈ ਕੇ, ਭਾਜਪਾ ਨੂੰ ਹਰਾਉਣ ਲਈ ਖੇਤਰੀ ਪਾਰਟੀਆਂ ਇਕੱਠੀਆਂ ਹੋਣ, ਇਹ ਕਹਿਣਾ ਮਮਤਾ ਬੈਨਰਜੀ ਦਾ। ਮਮਤਾ ਬੈਨਰਜੀ ਕੱਲ ਦੁਬਾਰਾ ਆਪਣੀ ਪਾਰਟੀ ਦੇ ਮੁਖੀ ਚੁਣੇ ਗਏ ਨੇ ਜੀ। ਮਮਤਾ ਬੈਨਰਜੀ ਅੱਜ ਤੋਂ ਨਹੀਂ ਕਹਿ ਰਹੀ, 2014 ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਤੇ 19 ਤੋਂ ਪਹਿਲਾਂ ਉਹਨਾਂ ਨੇ ਇੱਕ ਸਰਬ ਪਾਰਟੀ ਮੀਟਿੰਗ ਸੱਦੀ ਸੀ ਬੰਗਾਲ ਦੇ ਵਿੱਚ ਜੀ ਕਿ ਤੁਸੀਂ ਸਾਰੀਆਂ ਪਾਰਟੀਆਂ ਵਾਲੇ ਆਓ। ਉਹਨਾਂ ਨੇ ਨਿਸ਼ਾਨਾ ਕਾਂਗਰਸ ਤੇ ਵੀ ਸਿੱਧਿਆ। ਉਹ ਕਹਿੰਦੇ ਵੀ ਇਹਨਾਂ ਦੀਆਂ ਨੀਤੀਆਂ ਕਾਰਨ
ਇਹਨਾਂ ਦੇ ਵਿੱਚ ਅਜੇ ਤੱਕ ਹਉਮੈ ਨਿਕਲੀ ਨਹੀਂ। ਉਹ ਕਹਿੰਦੇ ਵੀ ਜੇ ਜਿੰਨਾ ਕਾਮਰੇਡਾਂ ਦਾ ਉੱਥੇ 35 ਸਾਲ ਦੇ ਲਗਭਗ ਰਾਜ ਰਿਹਾ ਪੱਛਮੀ ਬੰਗਾਲ ਦੇ ਵਿੱਚ ਜੀ, ਉਸ ਰਾਜ ਦਾ ਭੋਗ ਪਾ ਕੇ ਅਸੀਂ ਉੱਥੇ ਤੀਸਰੀ ਵਾਰ ਕਾਬਜ ਹੋ ਸਕਦੇ ਹਾਂ ਤਾਂ 2024 ਦੇ ਵਿੱਚ ਨਰਿੰਦਰ ਮੋਦੀ ਨੂੰ ਦੇਸ਼ 'ਚੋਂ ਭਜਾਉਣਾ ਕਿਹੜੀ ਵੱਡੀ ਗੱਲ ਹੈ। ਉਹ ਕਹਿੰਦੇ ਉਹਦੇ ਵਿੱਚ ਖੇਤਰੀ ਪਾਰਟੀਆਂ ਸਾਰੀਆਂ ਇਕਜੁੱਟ ਹੋਣ। ਉਹਨਾਂ ਨੇ ਉਦਾਹਰਨ ਬਿਹਾਰ ਦੀ ਵੀ ਦਿੱਤੀ ਹੈ ਜੀ, ਵੀ ਜੇ ਬਿਹਾਰ ਦੇ ਵਿੱਚ ਕਾਂਗਰਸ ਪਾਰਟੀ ਨੇ ਸਹੀ ਭੂਮਿਕਾ ਅਦਾ ਕੀਤੀ ਹੁੰਦੀ, ਜਦੋਂ ਤੇਜਸਵੀ ਯਾਦਵ ਨੇ ਕਿਹਾ ਸੀ ਕਿ ਤੁਹਾਡੇ ਕੋਲੇ ਪਹਿਲਾਂ 35 ਸੀਟਾਂ ਨੇ, ਤੁਸੀਂ 40 ਲੈ ਲਓ ਜੀ, 45 ਲੈ ਲਓ, ਬਾਕੀ ਸਾਨੂੰ ਲੜਨ ਦਿਓ। ਇਹਨਾਂ ਨੇ 70 ਮੰਗ ਲੀਆਂ। 17 ਦੇ ਵਿੱਚੋਂ ਜਿੱਤੀਆਂ ਕਿੰਨੀਆਂ? 18 ਜਾਂ 20। ਦੂਜੇ ਪਾਸੇ ਖੱਬੀਆਂ ਧਿਰਾਂ ਨੇ ਤੇਜਸਵੀ ਯਾਦਵ ਤੋਂ 30 ਸੀਟਾਂ ਲਈਆਂ ਤੇ ਉਹ 22 ਜਿੱਤ ਗਏ ਜੀ। ਉਹ ਕਹਿੰਦੇ ਵੀ ਜੇ ਉਹ ਸੀਟਾਂ ਅਸੀਂ ਲੜੀਆਂ ਹੁੰਦੀਆਂ ਤਾਂ ਅਸੀਂ ਬਿਹਾਰ ਦੇ ਵਿੱਚ ਆਪਣੀ ਸਰਕਾਰ ਬਣਾ ਸਕਦੇ ਸੀ ਜੀ। ਸੋ ਮਮਤਾ ਬੈਨਰਜੀ ਨੇ ਹੁਣ ਕਿਹਾ ਕਿ ਮੇਰਾ ਜਿਹੜਾ ਹੁਣ ਅਗਲਾ ਮਿਸ਼ਨ ਹੈ ਉਹ ਮੈਂ ਪੰਜਾਬ ਦੇਸ਼ ਦੀਆਂ ਸਾਰੀ ਖੇਤਰੀ ਪਾਰਟੀਆਂ ਨੂੰ ਸੱਦਾ ਦੇਵਾਂਗੀ ਕਿ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਵਾਸਤੇ 24 ਦੇ ਵਿੱਚ ਆਓ ਸਾਰੇ ਜਣੇ ਰਲ ਕੇ ਆਪਾਂ ਇੱਕ ਮੰਚ ਤੇ ਇਕੱਤਰ ਹੋਈਏ ਔਰ ਇਸ ਮੋਦੀ ਸਰਕਾਰ ਜਿਹੜੀ ਕਿ ਲੋਕ ਵਿਰੋਧੀ ਸਰਕਾਰ ਹੈ, ਕਾਰਪੋਰੇਟਾਂ ਦੀ ਸਰਕਾਰ ਹੈ, ਆਮ ਲੋਕਾਂ ਦਾ ਕਚੂਮਰ ਕੱਢ ਰਹੀ ਹੈ ਮਹਿੰਗਾਈ ਦੇ ਨਾਲ ਜੀ, ਉਸ ਤੋਂ ਕਿਨਾਰਾ ਕਰਗੇ, ਇਹਨੂੰ ਦੂਰ ਭਜਾਈਏ। ਇਹ ਜੇ ਦੁਬਾਰਾ ਸੱਤਾ 'ਚ ਆ ਗਿਆ ਤਾਂ ਜਿਵੇਂ ਰਾਹੁਲ ਗਾਂਧੀ ਨੇ ਕੱਲ ਕਿਹਾ ਕਿ ਨਰਿੰਦਰ ਮੋਦੀ ਨੇ ਭਾਰਤ 2 ਦੇਸ਼ ਬਣਾਤੇ ਨੇ, ਇੱਕ ਕਾਰਪੋਰੇਟਾਂ ਦਾ ਤੇ ਦੂਜਾ ਆਮ ਲੋਕਾਂ ਦਾ ਜੀ। ਇਸ ਕਰਕੇ ਮਮਤਾ ਬੈਨਰਜੀ ਦੀ ਜਿਹੜੀ ਗੱਲ ਕਹੀ ਗਈ ਹੈ, ਜੇ ਉਹ ਕਾਂਗਰਸ ਦੇ ਆਗੂ ਸਮਝ ਲੈਣ ਤਾਂ ਉਹ ਬਹੁਤ ਵੱਡਾ ਸੱਦਾ ਹੈ ਤੇ ਕਾਂਗਰਸ ਵਾਲਿਆਂ ਨੂੰ ਆਪਣੀ ਹਉਮੈ ਛੱਡਣੀ ਪਊਗੀ। ਅਜੇ ਤੱਕ ਤਾਂ ਇਹਨਾਂ ਦੀ ਪਤਾ ਨਹੀਂ ਹਾਈ ਕਮਾਂਡ ਹੈ ਜਾਂ ਲੋ ਕਮਾਂਡ ਹੈ ਜਾਂ ਵਿੱਚ ਵਿਚਾਲੇ ਕਮਾਂਡ ਹੈ, ਉਹਦੇ ਸਮਝ ਆਏਗੀ ਜਾਂ ਨਹੀਂ ਆਏਗੀ। ਉਹਨੂੰ ਸਮਝਣਾ ਚਾਹੀਦਾ ਹੈ ਕਿ ਹੁਣ ਕੱਲੀ ਪਾਰਟੀ ਕੋਈ ਸੱਤਾ ਦੇ ਵਿੱਚ ਦੇਸ਼ 'ਚ ਨਹੀਂ ਜਾ ਸਕਦੀ। ਖੇਤਰੀ ਪਾਰਟੀਆਂ ਦਾ ਮਹੱਤਵ ਉਸ ਵੇਲੇ ਹੋਰ ਵੱਧ ਜਾਂਦਾ ਹੈ। ਜੀ ਜੀ ਢਿੱਲੋਂ ਜੀ, ਦੇਖਿਆ ਜਾ ਰਿਹਾ ਕਿ ਕਾਂਗਰਸ ਪਾਰਟੀ ਹੁਣ ਸੀਐਮ ਦੇ ਚਿਹਰੇ ਨੂੰ ਲੈ ਕੇ ਕਾਫੀ ਉਲਝੀ ਤਾਣੀ ਦੇ ਵਿੱਚ ਫਸੀ ਹੋਈ ਨਜ਼ਰ ਆ ਰਹੀ ਹੈ। ਦੇਖਿਆ ਜਾ ਰਿਹਾ ਕਿ ਜਿਹੜਾ ਸਰਵੇ ਉਹਨਾਂ ਦੇ ਵੱਲੋਂ ਵੀ ਕਰਵਾਇਆ ਜਾ ਰਿਹਾ, ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਸਰਵੇ ਕਰਵਾਇਆ ਗਿਆ ਸੀ, ਭਗਵੰਤ ਮਾਨ ਦੀ ਚੋਣ ਹੋਈ ਹੈ, ਉਸੇ ਤਰੀਕੇ ਨਾਲ ਕਾਂਗਰਸ ਪਾਰਟੀ ਵੀ ਉਸ ਲੀਹ ਤੇ ਚੱਲਦੀ ਨਜ਼ਰ ਆ ਰਹੀ ਹੈ। ਚੋਣ ਜਿਹੜੀ ਕਿ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਹੋਣ ਜਾ ਰਹੀ ਹੈ। ਕਈ ਤਰ੍ਹਾਂ ਦੇ ਕਿਆਸੇ ਲੱਗ ਰਹੇ ਨੇ ਜੀ। ਇੱਕ ਤਾਂ ਇਹ ਲੱਗ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਚੰਨੀ ਨੂੰ 2.5 ਸਾਲ ਬਣਾ ਦਿੱਤਾ ਜਾਵੇ, ਇਹ ਵੀ ਚਰਚਾ ਦਾ ਵਿਸ਼ਾ ਹੈ। ਮੈਂ ਤੁਹਾਨੂੰ ਇੱਕ ਗੱਲ ਕਹਿ ਦਿਆਂ, ਜਿਹੜੀ ਗੱਲ ਜਾਖੜ ਸਾਹਿਬ ਨੇ, ਸੁਨੀਲ ਜਾਖੜ ਜੀ ਨੇ ਕੱਲ ਕਹੀ ਹੈ, ਉਹ ਕਹਿੰਦੇ ਫਿਰ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਘੋੜੇ ਬਦਲੇ ਨਹੀਂ ਜਾਂਦੇ ਹੁੰਦੇ। ਬਿਲਕੁਲ। ਹੁਣ ਜੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਨੇ ਤਾਂ ਉਹਨਾਂ ਤੇ ਦਾ ਖੇਡਣਾ ਚਾਹੀਦਾ। ਜੇ ਆਹ ਸਥਿਤੀ ਦੇ ਵਿੱਚ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਦੀ ਥਾਂ ਤੇ ਕਿਸੇ ਹੋਰ ਨੂੰ ਚੁਣ ਲਿਆ ਜੀ ਤਾਂ ਆਪਣੇ ਪੈਰਾਂ ਤੇ ਕੁਹਾੜਾ ਆਪ ਹੀ ਮਾਰਨਗੇ। ਚਰਨਜੀਤ ਸਿੰਘ ਚੰਨੀ ਜਿਹੜੇ ਵਰਗ ਦੇ ਵਿੱਚੋਂ ਆਉਂਦੇ ਨੇ, ਉਹਨਾਂ ਦੀ 36% ਵੋਟ ਹੈ ਇੱਥੇ। ਇਹੀ ਪ੍ਰਚਾਰ ਤਾਂ ਉਹ ਦੂਜੇ ਰਾਜਾਂ ਦੇ ਵਿੱਚ ਕਰਨਗੇ ਵੀ ਦੇਖੋ ਅਸੀਂ ਇੱਕ ਦਲਿਤ ਪਰਿਵਾਰ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਤਾ। ਜੇ ਅੱਜ ਉਹਨਾਂ ਨੇ ਚੰਨੀ ਜਾਂ ਤਾਂ ਨਾ ਹੀ ਕਰਨ ਵੀ ਅਸੀਂ ਤਾਂ ਜੀ ਬਾਅਦ ਦੇ ਵਿੱਚ ਵਿਧਾਇਕ ਚੁਣਨਗੇ, ਜੇ ਅੱਜ ਉਹਨਾਂ ਨੇ ਬਦਲਤਾ, ਮੇਰੀ ਸਮਝ ਦੇ ਮੁਤਾਬਕ ਕਾਂਗਰਸ ਵਾਸਤੇ ਬਹੁਤ ਵੱਡਾ ਘਾਟਾ ਹੋਵੇਗਾ। ਪਹਿਲਾਂ ਹੀ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਉਹ ਇੱਕ ਦੂਜੇ ਦੇ ਨਾਲ ਕਾਠ ਦੀਆਂ ਤਲਵਾਰਾਂ ਲੈ ਕੇ ਲੜਨ ਲੱਗੇ ਹੋਏ ਨੇ। ਜੀ ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਜਿਹੜੀਆਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ, ਮਿਹਰਬਾਨੀ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ।